हमलिਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਦਰਅਸਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜੀ ਬਰੀਫਿੰਗ ਜਾਰੀ ਕੀਤੀ ਹੈ ਉਹਦੇ ਵਿੱਚ ਇਹ ਦੱਸ ਦਿੱਤਾ ਆ ਕਿ ਪਾਕਿਸਤਾਨ ਕੀ ਕਰ ਰਿਹਾ। ਪਾਕਿस्तान अपनी सिविल एयरलाइन ਨੂੰ ਸ਼ੀਲਡ ਬਣਾ ਰਿਹਾ। ਦਰਅਸਲ ਭਾਰਤ ਨੇ ਜਿਹੜੇ ਕਿ ਨਾਲ 에ਅਰਪੋਰਟ ਲੱਗਦੇ ਸੀ, ਚਾਹੇ ਉਹ ਜੰਮੂ ਦਾ 에ਅਰਪੋਰਟ ਹੋਵੇ, ਚਾਹੇ ਉਹ ਜਿਹੜਾ ਅੰਮ੍ਰਿਤਸਰ ਦਾ 에ਅਰਪੋਰਟ ਹੋਵੇ, ਧੰਨ ਸ਼੍ਰੀ ਗੁਰੂ ਰਾਮਦਾਸ ਜੀ 에ਅਰਪੋਰਟ, ਇਹ ਸਾਰੇ 에ਅਰਪੋਰਟ ਬੰਦ ਕੀਤੇ ਨੇ। ਪਰ ਪਾਕਿस्तान ਬਾਕੀ 에ਅਰਪੋਰਟਸ ਨੂੰ ਆਪਣੀ ਸ਼ੀਲਡ ਬਣਾ ਕੇ ਜਿਹੜਾ ਆ ਉਸ ਨੂੰ ਵਰਤ ਰਿਹਾ ਹੈ। ਦਰਅਸਲ ਆਪਣੇ ਸਿਵਲ 에ਅਰਲਾइन ਨੂੰ ਸ਼ੀਲਡ ਬਣਾ ਰਿਹਾ। ਜੇ ਕਿਹਾ ਜਾਵੇ ਤੇ ਪਾਕਿस्तान ਆਪਣੇ ਲੋਕਾਂ ਨੂੰ ਸ਼ੀਲਡ ਦੀ ਤਰ੍ਹਾਂ ਵਰਤ ਰਿਹਾ। ਫਿਲਹਾਲ ਇਹ ਬਹੁਤ ਵੱਡੀ ਅਪਡੇਟ ਹੈ ਔਰ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਆਪਣੀ ਪ੍ਰੈਸ ਬਰੀਫਿੰਗ 'ਚ ਦੱਸਿਆ ਕਿ ਕਿਵੇਂ ਪਾਕਿस्तान ਆਪਣੇ ਲੋਕਾਂ ਨੂੰ ਆਪਣੀ ਸਿਵਲ 에ਅਰਲਾइन ਨੂੰ ਜਿਹੜਾ ਸ਼ੀਲਡ ਬਣਾ ਰਿਹਾ। ਦਰਅਸਲ ਡਰੋਨ ਹਮਲੇ ਕੀਤੇ ਗਏ ਕੱਲ ਰਾਤ ਬਠਿੰਡਾ ਦਾ ਮਿਲਟਰੀ 에ਅਰ ਬੇਸ ਜਿਹੜਾ ਆ ਉਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ, ਬਠਿੰਡਾ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਤੁਸੀਂ ਦੇਖੋ ਵੀ ਜਦੋਂ ਕੋਈ 에ਅਰ ਬੇਸ ਜਿਹੜਾ ਆ, ਜਦੋਂ ਲੜਾਈ ਵਾਲੀ ਹਾਲਾਤ ਹੁੰਦੇ ਤੇ 에ਅਰ ਬੇਸ ਬੰਦ ਕੀਤੇ ਜਾਂਦੇ ਕਿ ਸਾਡੇ ਜਿਹੜਾ ਸਿਵਲ 에ਅਰਲਾइन ਹੈ, ਯਾਨੀ ਕਿ ਜਿਹੜਾ ਕੋਈ ਜਹਾਜ਼ ਉੜਦਾ ਲੋਕਾਂ ਨੂੰ ਲੈ ਕੇ ਉਹ ਕਿਤੇ ਨਿਸ਼ਾਨਾ ਨਾ ਬਣ ਜਾਏ, ਇਸੇ ਲਈ ਭਾਰਤ ਨੇ ਬੰਦ ਕੀਤੇ ਆ। ਪਰ ਉਹਨਾਂ ਨੇ ਅਜੇ ਤੱਕ ਚਾਲੂ ਰੱਖੇ ਹੋਏ ਆ ਔਰ ਇਸ ਕਰਕੇ ਕਈ ਵਾਰ ਟ੍ਰੇਸ ਨਹੀਂ ਹੁੰਦਾ। ਸ਼ਾਇਦ ਭਾਰਤ ਨੂੰ ਇਹ ਲੱਗਦਾ ਕਈ ਵਾਰ ਕਿ ਉਹਨਾਂ ਦੇ ਜਹਾਜ਼ ਜਿਹੜੀ ਹੈ ਸਿਵਲ 에ਅਰਲਾइन ਯਾਨੀ ਕਿ ਉਹਨਾਂ ਦਾ ਕੋਈ ਕਮਰਸ਼ੀਅਲ ਜਹਾਜ਼ ਉੱਡਿਆ ਆ, ਪਰ ਉਹ ਕਈ ਵਾਰ ਸਾਡੀ ਹਦੂਦ ਦੇ ਵਿੱਚ ਉਹਨਾਂ ਦੇ ਡਰੋਨ ਹੋ ਜਾਂਦੇ। ਰਾਤ ਉਹਨਾਂ ਨੇ ਇਹ ਕੁਝ ਕੀਤਾ ਆ, ਉਹਨਾਂ ਨੇ ਆਪਣੀ ਸਿਵਲ 에ਅਰਲਾइन ਨੂੰ ਜਿਹੜਾ ਸ਼ੀਲਡ ਬਣਾਇਆ ਔਰ ਉਸ ਤੋਂ ਬਾਅਦ ਉਹ ਪੰਜਾਬ, ਭਾਰਤ, ਜੰਮੂ ਮਤਲਬ ਭਾਰਤ ਦੇ ਇਹਨਾਂ ਏਰੀਆ ਦੇ ਵਿੱਚ ਉਹ ਦਾਖਲ ਹੋਏ ਨੇ। ਸੋ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਹ ਸਾਰਾ ਕੁਝ ਦੱਸਿਆ ਗਿਆ। ਬਠਿੰਡਾ ਦੇ ਵਿੱਚ ਕੱਲ 3 ਮਿਜ਼ਾਈਲਾਂ ਜਿਹੜੀਆਂ ਨੇ ਉਹ ਤਹਿਸ-ਨਹਿਸ ਕੀਤੀਆਂ ਗਈਆਂ ਨੇ ਔਰ 300 ਤੋਂ 400 ਡਰੋਨ ਦੱਸੇ ਜਾ ਰਹੇ ਨੇ। 300 ਤੋਂ 400 ਡਰੋਨ ਦੱਸੇ ਜਾ ਰਹੇ ਨੇ ਜਿਹੜੇ ਕਿ ਭਾਰਤ ਦੀ ਹਦੂਦ ਦੇ ਅੰਦਰ ਆਏ ਨੇ ਔਰ ਇਹਨਾਂ ਦੇ ਨਾਲ ਹਮਲਾ ਕੀਤਾ ਗਿਆ ਆ। ਔਰ ਦੱਸਿਆ ਜਾ ਰਿਹਾ ਕਿ ਜਿਹੜੇ ਡਰੋਨ ਵਰਤੇ ਗਏ ਨੇ ਉਹ ਟਰਕੀ ਦੇ ਡਰੋਨ ਨੇ ਔਰ ਟਰਕੀ ਦੀ ਟੈਕਨੋਲੋਜੀ ਵਰਤ ਕੇ ਉਹਨਾਂ ਨੇ ਭਾਰਤ ਦੇ ਉੱਤੇ ਹਮਲਾ ਕੀਤਾ। ਇਸ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਸੀਗਾ ਉਹ ਤੇ ਚਾਈਨਾ ਦੇ ਡਰੋਨ ਸੀਗੇ, ਪਰ ਹੁਣ ਟਰਕੀ ਦੇ ਡਰੋਨ ਜਿਹੜੇ ਵਰਤ ਕੇ ਹਮਲਾ ਕੀਤਾ ਗਿਆ ਆ। ਪਰ ਇਹ ਤਸਵੀਰ ਸਿੱਧੀ ਹੋ ਗਈ ਹੈ ਕਿ ਉਹ ਆਪਣੇ ਲੋਕਾਂ ਨੂੰ ਸ਼ੀਲਡ ਬਣਾ ਰਿਹਾ, ਪਾਕਿस्तान ਆਪਦੇ ਹੀ ਲੋਕਾਂ ਨੂੰ ਸ਼ੀਲਡ ਬਣਾ ਰਿਹਾ ਔਰ ਉਹ ਸਿਵਲ 에ਅਰਲਾइन ਅਜੇ ਤੱਕ ਚਾਲੂ ਰੱਖ ਰਿਹਾ ਜਿਹੜਾ ਕਿ ਸਖਤ ਉਲੰਘਣਾ ਆ ਪੂਰੇ ਜਿਹੜੇ ਆਪਾਂ ਕਹਿ ਲਈਏ ਕਿ ਸੀਜ਼ ਫਾਇਰ ਜਿਵੇਂ ਕਰ ਰਿਹਾ, ਸਭ ਕੁਝ ਕਰ ਰਿਹਾ ਔਰ ਆਪਣੀ ਸਿਵਲ 에ਅਰਲਾइन ਨੂੰ ਹੁਣ ਯੂਜ਼ ਕਰਕੇ ਉਹ ਭਾਰਤ ਦੀ ਹਦੂਦ ਅੰਦਰ ਦਾਖਲ ਹੋ ਰਿਹਾ। ਔਰ ਕੱਲ ਕਹਿੰਦੇ ਨੇ ਕਿ ਭਾਰਤ ਨੇ ਬਹੁਤ ਨਰਮੀ ਦੇ ਨਾਲ ਕੰਮ ਲਿਆ ਆ ਔਰ ਜੇ ਭਾਰਤ ਵੀ ਜਵਾਬੀ ਕਾਰਵਾਈ ਕਰਦਾ ਤੇ ਬਹੁਤ ਕੁਝ ਹੋ ਜਾਣਾ ਸੀਗਾ। ਉਧਰ ਇੱਕ ਖਬਰ ਹੋਰ ਵੀ ਹੈ, ਨਨਕਾਣਾ ਸਾਹਿਬ ਨੂੰ ਲੈ ਕੇ ਅੱਜ ਸਵਾਲ ਪੁੱਛਿਆ ਗਿਆ ਵੀ ਨਨਕਾਣਾ ਸਾਹਿਬ ਦੇ ਉੱਤੇ ਪਾਕਿस्तान 'ਚ ਹਮਲਾ ਕੀਤਾ ਗਿਆ ਤਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਇਹ ਕਹਿ ਦਿੱਤਾ ਕਿ ਨਨਕਾਣਾ ਸਾਹਿਬ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਗਿਆ, ਉਹ ਬਿਲਕੁਲ ਠੀਕ ਹੈ ਔਰ ਸਾਡੇ ਵੱਲੋਂ ਕੋਈ ਉਸ ਨੂੰ ਟਾਰਗੇਟ ਨਹੀਂ ਕੀਤਾ ਗਿਆ। ਦੂਸਰੀ ਗੱਲ ਪਾਕਿस्तान ਕੋਰੀਡੋਰ ਦੀ ਸੀਗੀ, ਕਹਿੰਦੇ ਕਿ ਅਗਲੇ ਹੁਕਮਾਂ ਤੱਕ ਪਾਕਿस्तान ਕੋਰੀਡੋਰ ਵੀ ਬੰਦ ਰਹੇਗੀ। ਫਿਲਹਾਲ ਜਿਹੜੇ ਲੋਕ ਨੇ ਜਿਹੜਾ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਆ, ਉਹ ਕੀ ਕਹਿ ਰਹੇ ਨੇ ਜਿਉਂ ਦਾ ਤਿਉਂ ਮੈਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ, ਸਿੱਧਾ ਉੱਥੇ ਲੈ ਕੇ ਚੱਲਦਾ ਹਾਂ। 8 से 9 मई 2025 की मध्य रात्रि को पाकिस्तानी सेना ने सैन्य बुनियादी ढांचे को निशाना बनाने के इरादे से पूरी पश्चिमी सेना पर भारतीय वायु क्षेत्र का कई बार उल्लंघन किया। यही नहीं बल्कि पाकिस्तानी सेना ने नियंत्रण रेखा पर भारी कैलिबर वाले हथियारों से गोलीबारी भी की। अंतर्राष्ट्रीय सीमा और नियंत्रण रेखा पर लेह से लेकर सरक्रीक तक 36 स्थानों पर 300 से 400 लगभग ड्रोनों का इस्तेमाल घुसपैठ का प्रयास करने के लिए किया गया। भारतीय सशस्त्र बलों ने काइनेटिक व नॉन काइनेटिक साधनों का उपयोग करके इनमें से कई ड्रोन्स को मार गिराया। इतने बड़े पैमाने पर हवाई घुसपैठों का संभावित उद्देश्य वायु रक्षा प्रणालियों का परीक्षण करना और खुफिया जानकारी इकट्ठा करना था। ड्रोन के मलबे की फोरेंसिक जांच की जा रही है। प्रारंभिक रिपोर्ट्स से पता चलता है कि वे तुर्की के असीस गार्ड सोंगर ड्रोन्स हैं। इसके उपरांत रात में पाकिस्तान के एक सशस्त्र यूएवी ने भटिंडा सैन्य स्टेशन को निशाना बनाने की कोशिश भी की, जिसे पकड़ा गया और उसे निष्क्रिय कर दिया गया। पाकिस्तानी हमले के जवाब में पाकिस्तान में 4 हवाई रक्षा स्थलों पर सशस्त्र ड्रोन लॉन्च किए गए। इनमें से एक ड्रोन एडी रडार को नष्ट करने में सक्षम रहा। पाकिस्तान ने जम्मू कश्मीर के तंगधार, उरी, पुंछ, मेंढर, राजौरी, अखनूर
और उधमपुर में भारी कैलिबर आर्टिलरी गन और सशस्त्र ड्रोन्स का उपयोग करके नियंत्रण रेखा के पार गोलीबारी भी की, जिसके परिणाम स्वरूप भारतीय सेना के कुछ जवान हताहत हुए और घायल हुए। भारतीय जवाबी कार्रवाई में पाकिस्तानी सेना को भी बड़ा नुकसान पहुंचाया गया। इसके अलावा पाकिस्तान का गैर जिम्मेदाराना व्यवहार फिर से सामने आया। 7 मई 2025 को रात 8:30 बजे एक असफल अकारण ड्रोन और मिसाइल हमला करने के बावजूद पाकिस्तान ने अपना नागरिक हवाई क्षेत्र बंद नहीं किया। पाकिस्तान अपने नागरिक विमानों को ढाल के रूप में इस्तेमाल कर रहा है, जबकि उसे अच्छी तरह से पता है कि भारत पर उसके हमले से हवाई रक्षा की तीव्र प्रतिक्रिया होगी। यह भारत और पाकिस्तान के बीच अंतर्राष्ट्रीय सीमा के पास उड़ान भरने वाले अंतर्राष्ट्रीय उड़ानों सहित नागरिक विमानों के लिए सुरक्षित नहीं है। यहाँ स्क्रीन शॉट में पंजाब सेक्टर में हाई एयर डिफेंस अलर्ट स्थिति के दौरान एप्लीकेशन फ्लाइट रडार 24 का डेटा दिखाया गया है। जैसा कि आप देख रहे हैं यहाँ पर भारतीय पक्ष का हवाई क्षेत्र घोषित बंद के कारण नागरिक हवाई यातायात से पूरी तरह से रहित है। कराची और लाहौर के बीच के हवाई अड्डे मार्ग पर नागरिक एयरलाइंस उड़ान भर रही है। हाईलाइट किया गया है विमान फ्लाइनेस एविएशन का एयरबस 320, जैसा कि आप यहाँ देख रहे हैं, जो कि शाम को 5:50 बजे दमम से शुरू हुआ और रात को 9:10 बजे लाहौर में उतरा। ये सारा डिटेल्स आप यहाँ देख रहे हैं, ये डिटेल्स यहाँ लिखा हुआ है। कैन यू सी दिस? भारतीय वायुसेना ने अपनी प्रतिक्रिया में काफी संयम दिखाया और इस प्रकार अंतर्राष्ट्रीय नागरिक विमान सेवा की सुरक्षा सुनिश्चित की। धन्यवाद। जय हिंद।